ਸੋ ਕੁਝ ਕੁ ਦਿਨ ਬਾਅਦ ਪਾਤਸ਼ਾਹ ਦੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸੋ ਹੁਣ ਜਿਤਨੇ ਵੀ ਵਿਚਾਰ ਹੈ ਉਹ ਲਗਭਗ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕਰਕੇ ਹੋਇਆ ਕਰੇਗੀ ਪਹਿਲੇ ਪ੍ਰਕਾਸ਼ ਦਿਹਾੜੇ। ਸੋ ਅੱਜ ਦਾ ਵਿਸ਼ਾ ਜੋ ਲੈਣਾ ਹੈ ਸਾਧ ਸੰਗਤ, ਅਸੀਂ ਲੈਣਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਕਿਉਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨਤਾ ਕਿਉਂ ਹੈ, ਕਿਉਂ ਸਭ ਤੋਂ ਸ੍ਰੇਸ਼ਟ ਨੇ, ਕਿਉਂ ਮਹਾਨ ਨੇ। ਪਾਤਸ਼ਾਹ ਦੇ ਬਚਨ ਆਪਾਂ ਸਰਵਣ ਕੀਤਾ। ਮਰ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਏ। ਕਹਿੰਦੇ ਉਸ ਗੋਪਾਲ ਦੇ ਗੁਣਾਂ ਨੂੰ ਗਾ। ਬਾਰ ਬਾਰ ਬਾਣੀ ਨੇ ਰੱਬ ਦਾ ਨਾਮ ਜਪਣ ਵਾਸਤੇ ਹਦਾਇਤ ਕੀਤੀ। ਜਿੰਨੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ, ਉਹਨਾਂ ਨੇ ਵੀ ਹਦਾਇਤ ਕੀਤੀ ਕਿ ਭਾਈ ਤੂੰ ਉਸ ਮਾਲਕ ਦੇ ਨਾਮ ਨੂੰ ਜਪ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੇ, ਨਾਮ ਜਪਤ ਅਗਣਤ ਅਨੇਕੇ। ਵੇਦ ਪੁਰਾਣ ਸਿਮਰ ਸੁਧਾਖਿਆਰ, ਕੀਨੇ ਰਾਮ ਨਾਮ ਇਕ ਆਖਰ। ਅਗਲਾ ਬਚਨ ਕੀ ਹੈ? ਕਿਨਕਾ ਏਕ ਜਿਸ ਜੀਵ ਸਾ। ਕਹਿੰਦੇ ਤੂੰ ਕਿਨਕਾ ਮਾਤਰ ਇਹ ਬੰਦਿਆ ਆਪਣੇ ਹਿਰਦੇ ਵਿੱਚ ਵਸਾ, ਉਹਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਭਾਵ ਕਿ ਉਸ ਮਾਲਿਕ ਦੇ ਗੁਣਾਂ ਨੂੰ ਗਾਉਣਾ ਕਰ। ਪਰ ਬੰਦੇ ਦੇ ਹਾਲਾਤ ਕੀ ਬਣੇ ਹੋਏ ਨੇ। ਪਾਤਸ਼ਾਹ ਦਾ ਇੱਕ ਵਚਨ ਮਰ ਕਹਿੰਦੇ ਰੈਣ ਗਵਾਈ ਸੋਏ ਕੈ। ਕਹਿੰਦੇ ਜਿਹੜੀ ਰਾਤ ਹੈ ਉਹ ਬੰਦੇ ਨੇ ਸੌਂ ਕਰਕੇ ਗੁਜ਼ਾਰ ਦਿੱਤੀ। ਜਿਹੜਾ ਉਪਦੇਸ਼ ਸੀ ਮਹਾਰਾਜ ਦਾ, ਸਿਮਰੋ ਸਿਮਰ ਸਿਮਰ ਸੁਖ ਪਾਵ, ਰੈਣ ਦਿਨਸ ਪ੍ਰਭਾਤ ਤੂਹੇ ਹੀ ਗਾਵਣਾ। ਮਰ ਕਹਿੰਦੇ ਰੈਣ ਆਈ ਹੈ, ਮਾਲਕ ਦਾ ਸ਼ੁਕਰਾਨਾ ਕਰ। ਸੌਣ ਤੋਂ ਪਹਿਲਾਂ ਰੱਬ ਦੇ ਨਾਮ ਨੂੰ ਧਿਆਓ। ਕਿਉਂ ਪਾਤਸ਼ਾਹ ਜੀ ਆਖ ਰਹੇ? ਮਰ ਕਹਿੰਦੇ ਪਤਾ ਨਹੀਂ ਕਿ ਤੂੰ ਰਾਤ ਤੋਂ ਸਵੇਰ ਤੱਕ ਉੱਠਣਾ ਹੈ ਕਿ ਨਹੀਂ ਉੱਠਣਾ। ਜੇ ਰੱਬ ਦਾ ਨਾਮ ਜਪਿਆ ਹੋਇਆ ਤਾਂ ਫਿਰ ਉਹੀ ਵਚਨ ਗੁਰੂ ਅਰਜਨ ਪਾਤਸ਼ਾਹ ਦਾ, ਕਿਨਕਾ ਇੱਕ ਜਿਸ ਜੀਵ ਬਸਾਵੇ, ਤਾਂ ਕਿ ਮਹਿਮਾ ਗਣੀ ਨਾ। ਕਹਿੰਦੇ ਤੂੰ ਕਿਨਕਾ ਮਾਤਰ ਤਾਂ ਵਸਾ ਕੇ ਪਾਈ। ਹੁਣ ਜੇ ਤੂੰ ਰੱਬ ਦਾ ਨਾਮ ਹੀ ਨਾ ਜਪਿਆ ਤਾਂ ਮਰ ਕਹਿੰਦੇ ਫਿਰ ਤੇਰਾ ਛੁਟਕਾਰਾ ਵੀ ਕਿੱਦਾਂ ਹੋਣਾ। ਇਸ ਕਰਕੇ ਬਾਣੀ ਨੇ ਆਖਿਆ ਕਿ ਬੰਦੇ ਨੇ ਰਾਤ ਆਈ ਤਾਂ ਰਾਤ ਸੌਂ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਗੁਜ਼ਾਰ ਦਿੱਤੀ। ਪਰ ਮਰ ਕਹਿੰਦੇ ਰੱਬ ਦੇ ਨਾਮ ਨੂੰ ਜਪਿਆ ਹੀ ਨਾ। ਰਾਤ ਆਈ ਸੀ ਮਰ ਕਹਿੰਦੇ ਤਾਂ ਤੂੰ ਟੀਵੀ ਦੇ ਮੂਹਰੇ ਬਹਿ ਕਰਕੇ, ਟੈਲੀਵਿਜ਼ਨ ਦੇ ਮੂਹਰੇ ਬਹਿ ਕਰਕੇ 11 ਤੋਂ ਲੈ ਕੇ 12 ਤੱਕ ਵਜਾ ਦਿੱਤੇ। ਤਾਂ ਫਿਰ ਅਸੀਂ ਆਖਦੇ ਹਾਂ ਕਿਰਪਾ ਨਹੀਂ ਹੋ ਰਹੀ, ਰਹਿਮਤ ਨਹੀਂ ਹੋ ਰਹੀ। ਜਦ ਟੀਵੀ ਨੇ ਨਹੀਂ ਸਾਨੂੰ ਛੱਡਿਆ ਤਾਂ ਰਹਿਮਤ ਕਿੱਥੋਂ ਹੋਣੀ। ਇਹ ਨਹੀਂ ਦੱਸ ਸਕ ਰਿਹਾ ਕਿ ਭਾਈ ਟੀਵੀ ਨਹੀਂ ਦੇਖਣਾ ਚਾਹੀਦਾ। ਕੋਈ ਚੰਗੀ ਸ੍ਰੇਸ਼ਟੀ 'ਚ ਆਵੇ ਜੇ ਤੋਂ ਤੁਹਾਨੂੰ ਕੁਛ ਗਿਆਨ ਪ੍ਰਾਪਤ ਹੋ ਜਾਏ, ਕੋਈ ਗੁਰਬਾਣੀ, ਕੋਈ ਕਥਾ ਵਿਚਾਰ, ਉਹ ਆਪ ਜੀ ਦੇਖ ਸਕਦੇ ਹੋ। ਪਰ ਜੇ ਐਵੇਂ ਦੁਨੀਆ ਦੀਆਂ ਜਿਹੜੀਆਂ ਹਨ ਕਥਾ, ਜਿਹੜੀਆਂ ਕਹਾਣੀਆਂ ਦੁਨਿਆਵੀ ਤੌਰ 'ਤੇ ਬਣਾਈਆਂ, ਕਦੀ ਸੱਸ ਨੇ ਆਹ ਕਰਤਾ, ਕਦੀ ਨੂੰਹ 'ਤੇ ਆਹ ਕਰਤਾ, ਦੋ ਹੀ ਟੋਪਕ ਬਸ ਬਚੇ ਹੈ ਉਹਨਾਂ ਦੇ ਕੋਲ, ਹੋਰ ਹੈ ਕੁਛ ਨਹੀਂ। ਉਹਦੇ ਵਿੱਚ ਹੀ ਜਿਹੜਾ ਸਾਡੀਆਂ ਭੈਣਾਂ ਖਤਾਨ ਹੋ ਗਈਆਂ। ਜਦ ਸੱਸ ਦੀ ਲੜਾਈ ਹੋਏਗੀ ਨਾਟਕ ਵਿੱਚ ਤਾਂ ਨੂੰਹ ਸੱਸ ਨਾਲ ਲੜਦੀ ਹੋਏਗੀ। ਆਹ ਦੋ ਚੀਜ਼ਾਂ ਨੇ, ਹੋਰ ਹੈ ਹੀ ਕੁਛ ਨਹੀਂ। ਪਰ ਇੱਧਰ ਆ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਜੀਵਨ ਵੀ ਦੱਸਿਆ ਮਹਾਰਾਜ ਨੇ ਕਿੱਦਾਂ ਜਿਉਣਾ ਹੈ, ਕਿੱਦਾਂ ਤੂੰ ਕਿਸੇ ਦੇ ਨਾਲ ਸਤਿਕਾਰ ਦੇ ਨਾਲ ਜਿਹੜਾ ਇੱਕ ਪਰਿਵਾਰ 'ਤੇ ਰਹਿਣਾ ਹੈ,
ਆਪਣਾ ਜੀਵਨ ਵੀ ਸ੍ਰੇਸ਼ਟ ਬਣਾਉਣਾ ਤੇ ਦੂਜਿਆਂ ਦਾ ਵੀ ਬਣਾਉਣਾ, ਆਪ ਵੀ ਨਾਮ ਜਪਣਾ, ਦੂਜਿਆਂ ਨੂੰ ਵੀ ਜਪਾਉਣਾ, ਆਪ ਸੇਵਾ ਕਰਨੀ, ਦੂਜਿਆਂ ਨੂੰ ਵੀ ਕਰਾਉਣੀ। ਕਹਿੰਦੇ ਤੂੰ ਉਹ ਜਿਹੜੀ ਚੀਜ਼ ਹੈ, ਜਿਹੜਾ ਬਾਣੀ ਦਾ ਖਜ਼ਾਨਾ, ਉੱਤੋਂ ਤਾਂ ਤੂੰ ਲਾਹਾ ਨਾ ਲਿਆ। ਰਾਤ ਆਈ ਤੂੰ ਨਾਟਕਾਂ ਦੇ ਵਿੱਚ ਇਤਨਾ ਕੁ ਗਲਤਾਨ ਹੋ ਗਿਆ, ਤੂੰ 12-1 ਵਜਾ ਤੇ ਅੱਧੀ ਰਾਤ ਲੰਘ ਗਈ, ਅਗਲਾ ਦਿਨ ਚੜ ਗਿਆ, ਫਿਰ ਅੰਮ੍ਰਿਤ ਵੇਲੇ ਕਿੱਥੋਂ ਉੱਠੇਗਾ। ਪਾਤਸ਼ਾਹ ਦੇ ਬਚਨ ਰਹਿਣ ਗਵਾਈ ਸੋਏ ਕੈ। ਕਹਿੰਦੇ ਹੁਣ ਰਾਤ ਜਿਹੜੀ ਹੈ ਇਸ ਤਰ੍ਹਾਂ ਲੰਘਾ ਦਿੱਤੀ, ਦਿਵਸ ਗਵਾਇਆ ਖਾਏ। ਕਹਿੰਦੇ ਜਦੋਂ ਦਿਨ ਚੜਿਆ, ਇੱਕ ਆਸ ਰੱਖੀ ਸ਼ਾਇਦ ਦਿਨ ਚੜੇ ਤਾਂ ਰੱਬ ਦੇ ਨਾਮ ਨੂੰ ਜਪ ਲਏਗਾ। ਕੀ ਹੋਇਆ, ਰਾਤ ਭਜਾ ਦਿੱਤੀ, ਰਾਤ ਭਜਾ ਦਿੱਤੀ। ਰਾਤ ਨੂੰ ਤਾਂ ਤੂੰ ਨਾਟਕਾਂ ਦੇ ਵਿੱਚ ਟੈਲੀਵਿਜ਼ਨ ਦੇ ਮੂਹਰੇ ਬਹਿ ਕਰਕੇ ਸਮਾਂ ਬਰਬਾਦ ਕਰ ਦਿੱਤਾ ਬੰਦਿਆ, ਤਾਂ ਦਿਨੇ ਤਾਂ ਸ਼ਾਇਦ ਤੂੰ ਰੱਬ ਦੇ ਨਾਮ ਨੂੰ ਜਪੇਂਗਾ। ਪਰ ਮਹਾਰਾਜ ਕਹਿੰਦੇ ਉਹ ਵੀ ਨਾ ਕਰ ਸਕਿਆ ਬੰਦਾ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਕਹਿੰਦੇ ਜਦੋਂ ਦਿਨ ਚੜ੍ਹਿਆ ਇਹ ਖਾ ਪੀ ਕੇ ਗੁਜ਼ਾਰ ਦਿੱਤਾ। ਬੰਦਾ ਸਵੇਰੇ ਉੱਠਦਾ ਹੈ, ਖਾਣ ਦਾ ਪੀਣ ਦਾ ਫਿਕਰ ਪੈ ਜਾਂਦਾ, ਮਰ ਕਹਿੰਦੇ ਰੱਬ ਦੇ ਨਾਮ ਵੱਲ ਤਾਂ ਕਿਸੇ ਦਾ ਧਿਆਨ ਹੀ ਨਾ। ਜਿਸ ਦਵਾਈ ਨੇ ਤੈਨੂੰ ਤਾਰਨਾ ਸੀ, ਜਿਹੜੀ ਦਵਾਈ ਨੇ ਤੇਰਾ ਜੀਵਨ ਬਣਾਉਣਾ ਸੀ, ਉਹ ਤੂੰ ਸਰੀਰ ਨੂੰ ਦਿੱਤੀ ਨਾ। ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ। ਕਹਿੰਦੇ ਸਾਰਾ ਦਿਨ ਬੰਦੇ ਨੇ ਖਾ ਪੀ ਕੇ ਗੁਜ਼ਾਰ ਦਿੱਤਾ। ਇਹ ਖਾਣਾ ਪੀਣਾ ਕਿਤੇ, ਜਿਹੜਾ ਅਸੀਂ ਭੋਜਨ ਖਾਂਦੇ ਹਾਂ ਗੱਲ ਉਹਦੀ ਵੀ ਹੈ, ਇਹ ਵੀ ਖਾਣਾ ਹੈ। ਜਿਹੜਾ ਪਰਾਇਆ ਤੱਕ ਲੈਣਾ ਅੱਖਾਂ ਦੇ ਨਾਲ, ਇਹ ਵੀ ਤਾਂ ਬੰਦਾ ਖਾ ਹੀ ਰਿਹਾ ਹੈ। ਮੰਦਾ ਸੁਣਨਾ ਇਹਨਾਂ ਕੰਨਾਂ ਦੇ ਨਾਲ, ਕਿਸੇ ਦੀ ਚੁਗਲੀ ਸੁਣ ਕੇ ਬੜਾ ਖੁਸ਼ ਹੋ ਰਿਹਾ, ਇਹ ਵੀ ਤਾਂ ਖਾ ਹੀ ਰਹੇ ਹਾਂ ਅਸੀਂ। ਵਿਸ਼ੇ ਵਿਗਾਰ ਵਹਿਮਾਂ ਭਰਮਾਂ ਦੇ ਵਿੱਚ ਤੂੰ ਗਲਤਾਨ ਹੋਇਆ, ਇਹ ਵੀ ਤਾਂ ਖਾ ਹੀ ਰਿਹਾ ਤੂੰ। ਮਰ ਕਹਿੰਦੇ ਸਾਰਾ ਦਿਨ ਤੂੰ ਇਸ ਤਰ੍ਹਾਂ ਗੁਜ਼ਾਰ ਦਿੱਤਾ, ਕਦੀ ਕਿਸੇ ਦੀ ਨਿੰਦਾ ਕਰਤੀ, ਕਿਸੇ ਦੀ ਚੁਗਲੀ ਕਰਤੀ, ਕਿਸੇ ਦੀਆਂ ਝੂਠੀਆਂ ਖੁਸ਼ਾਮਤਾਂ ਕਰ ਦਿੱਤੀਆਂ, ਕੋਈ ਪਰਾਇਆ ਤੱਕ ਲਿਆ। ਕਹਿੰਦੇ ਹਨ ਕਿ ਪੇਟ ਪੂਰਤੀ ਵਾਸਤੇ ਵੀ ਤੂੰ ਜਿਹੜਾ ਹੈ ਇਤਨਾ ਕੁਛ ਖਾਈ ਗਿਆ। ਕਹਿੰਦੇ ਦਿਵਸ ਗਵਾਇਆ ਖਾਏ। ਅੱਗੇ ਕੀ ਵਚਨ, ਕਹਿੰਦੇ ਹੀਰੇ ਜੈਸਾ ਜਨਮ ਹੈ। ਮਹਾਰਾਜ ਨੇ ਹੀਰੇ ਨਾਲ ਤੁਲਨਾ ਕੀਤੀ ਹੈ, ਜਿਹੜਾ ਸਭ ਤੋਂ ਕੀਮਤੀ ਹੁੰਦਾ ਹੀਰਾ। ਪਾਤਸ਼ਾਹ ਆਖਦੇ ਨੇ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਜਿਸ ਤਰ੍ਹਾਂ ਹੀਰਾ ਕੌਡੀਆਂ ਦੇ ਭਾਅ ਵਿਕ ਜਾਏ, ਹੀਰਾ ਹੋਵੇ ਕਿਤਨੀ ਉਹਦੀ ਕੀਮਤ ਹੈ, ਪਰ ਆਖਦੇ ਹਨ ਉਹ ਹੀਰਾ ਕੋਡੀਆਂ ਦੇ ਭਾਅ ਵਿਕ ਜਾਏ। ਬੰਦੇ ਦੇ ਹਾਲਾਤ ਇਹ ਬਣੇ ਹੋਏ ਨੇ, ਰਾਤ ਸੌਂ ਕੇ ਗੁਜ਼ਾਰ ਦਿੱਤੀ, ਦਿਨ ਖਾ ਕੇ ਲੰਘਾ ਦਿੱਤਾ। ਕਹਿੰਦੇ ਜਿਹੜਾ ਹੀਰੇ ਵਰਗਾ ਮਨੁੱਖਾ ਜਨਮ ਸੀ, ਕਹਿੰਦੇ ਕੌਡੀ ਦੇ ਭਾਅ ਚਲਾ ਗਿਆ। ਇਤਨਾ ਕਿ ਫਿਰ ਇਹਦੇ ਵਿੱਚ ਗਲਤਾਨ ਹੋਇਆ। ਕਹਿੰਦੇ ਸਮਾਂ ਹੀ ਹੱਥੋਂ ਖੁੰਝ ਗਿਆ, ਬੁਢਾਪਾ ਆ ਗਿਆ, ਮਰਨ ਕੰਢੇ ਪਿਆ ਹੋਇਆ ਹੈ, ਅੱਜ ਸਾਥ ਕੋਈ ਨਾ ਦੇ ਰਿਹਾ। ਕਹਿੰਦੇ 2 ਕੰਮ ਬੰਦੇ ਨੇ ਕੀਤੇ, ਇੱਕ ਸੌਂ ਲਿਆ ਤੇ ਦੂਜਾ ਖਾ ਲਿਆ, ਮਰ ਕਹਿੰਦੇ ਤੀਸਰਾ ਕੰਮ ਹੀ ਕੋਈ ਨਾ ਕੀਤਾ। ਕੌਡੀ ਬਦਲੇ ਜਾਏ, ਕਹਿੰਦੇ ਫਿਰ ਮਨੁੱਖਾ ਜਨਮ ਵੀ ਗਵਾ ਲਿਆ। ਕਹਿਣ ਤੋਂ ਭਾਵ ਇਹ ਕਿ ਮਾਲਕ ਆਖਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਇਨ ਗੁਰੂ ਅਰਜਨ ਪਾਤਸ਼ਾਹ। ਮਰ ਕਹਿੰਦੇ ਜਿਸ ਜੀਭਾ ਦੇ ਨਾਲ, ਜਿਸ ਰਸਨਾ ਨਾਲ ਮਾਲਕ ਦੇ ਗੁਣਾਂ ਨੂੰ ਗਾਉਣਾ ਸੀ, ਉਹਨੂੰ ਤਾਂ ਗਾਇਆ ਨਹੀਂ, ਦੂਜਾ ਤੂੰ ਵਿਸ਼ੇ ਵਿਕਾਰਾਂ ਵਿੱਚ ਪੈ ਗਿਆ। ਜਿਹੜੀ ਬਾਣੀ ਨੇ ਤੈਨੂੰ ਤਾਰਨਾ ਸੀ, ਉਦੋਂ ਤਾਂ ਤੂੰ ਪਿਛਾਂਹ ਹਟ ਗਿਆ। ਤਾਂ ਜਦੋਂ ਫਿਰ ਬੰਦਾ ਭੁੱਲਿਆ ਹੈ ਨਾ, ਅਕਾਲ ਪੁਰਖ ਪਰਮਾਤਮਾ ਨੇ ਇੱਕ ਤਰਸ ਕੀਤਾ ਫਿਰ ਸਾਡੇ ਤੇ। ਪਾਤਸ਼ਾਹ ਨੇ ਫਿਰ ਕੋਈ ਪੀਰ ਪੈਗੰਬਰ, ਕੋਈ ਗੁਰੂ ਸੰਸਾਰ ਤੇ ਭੇਜਿਆ ਕਿ ਬੰਦਾ ਹੋ ਸਕਦਾ ਹੈ ਭੁੱਲ ਜਾਏ ਨਾਮ ਜਪਣਾ, ਕਿਉਂਕਿ ਬੰਦਾ ਸਵਾਰਥੀ ਹੈ ਨਾ, ਭੁੱਲ ਜਾਂਦਾ ਹੈ ਬੜੀ ਛੇਤੀ। ਰੱਬ ਨੇ ਆਖਿਆ ਕਿ ਬੰਦਾ ਭੁੱਲ ਜਾਏਗਾ, ਭੁੱਲਣਹਾਰ ਹੈ, ਭੁੱਲੇਗਾ ਜ਼ਰੂਰ ਇਹ।
ਤਾਂ ਆਖਦੇ ਹਨ ਇਹਨੂੰ ਚੇਤਾ ਕਰਾਉਣਾ, ਬਾਰ-ਬਾਰ ਇਹਨੂੰ ਜਿਹੜਾ ਹੈ ਮਾਲਕ ਵਾਸਤੇ ਪਾਸੇ ਜੋੜਨਾ ਹੈ। ਤੁਸੀਂ ਤਾਂ ਜਿਹੜਾ ਬੰਦਾ ਆਪਣਾ ਮਨੁੱਖਾ ਜਨਮ ਸਫਲ ਕਰ ਲਏ, ਇਹ ਵਿਕਾਰਾਂ ਵਿੱਚ ਕਿਤੇ ਡੁੱਬ ਨਾ ਜਾਏ, ਇਹ ਹੀਰੇ ਵਰਗਾ ਜਨਮ ਕੋਡੀ ਦੇ ਭਾਈ ਨਾ ਬਿਕਾ ਦੇ। ਮਰ ਕਹਿੰਦੇ ਇਹਦੇ ਵਾਸਤੇ ਫਿਰ ਕੋਈ ਗੁਰੂ ਪੀਰ ਨੂੰ ਸੰਸਾਰ 'ਤੇ ਭੇਜਿਆ। ਤਾਂ ਜਦੋਂ ਕੋਈ ਗੁਰੂ ਪੀਰ ਆਏ ਨੇ, ਉਹਨਾਂ ਨੂੰ ਫਿਰ ਕਲਾਮ ਉਤਰੇ ਕੋਈ ਨਾ ਕੋਈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦੀ ਗੱਲ ਹੈ ਨਾਲ। ਸਭ ਤੋਂ ਵੱਡਾ ਜੇ ਯੂਨਾਨ ਦੇ ਵਿੱਚ, ਯੂਨਾਨ ਦੇਸ਼ ਵਿੱਚ ਤਤਵੇਤਾ ਹੋਇਆ, ਸਭ ਤੋਂ ਵੱਡਾ ਉਹਦਾ ਨਾਂ ਸੀ ਫਿਥੋਗੋਰਸ। ਫਿਥੋਗੋਰਸ ਵੀ ਕਹਿ ਦਿੰਦੇ। ਉਹਨੇ ਆਖਿਆ ਕਿ ਮੈਨੂੰ ਕਲਾਮ ਉਤਰਦਾ ਹੈ, ਕਿ ਮੈਨੂੰ ਕੋਈ ਕਲਾਮ ਉਤਰਦਾ ਹੈ, ਭਾਵ ਕਿ ਕੋਈ ਬਾਣੀ ਆਕਾਸ਼ ਬਾਣੀ ਹੁੰਦੀ ਹੈ ਜਿਹੜੀ ਮੈਂ ਅੱਗੇ ਆਪ ਜੀ ਤੱਕ ਪਹੁੰਚਾਉਂਦਾ ਹਾਂ। ਯੂਨਾਨ ਦੇਸ਼ ਦਾ ਹੋਇਆ ਫਿਥੋਗੋਰਸ, ਮਹਾਨ ਤਤਵੇਤਾ। ਪਰ ਮਾੜੇ ਭਾਗ ਕੀ ਨੇ? ਕਹਿੰਦੇ ਉਹਨੇ ਲੋਕਾਂ ਨੂੰ ਸਮਝਾਇਆ ਤਾਂ ਬਹੁਤ, ਉਹ ਆਕਾਸ਼ ਬਾਣੀ ਨਾਲ ਲੋਕਾਂ ਨੂੰ ਦੱਸਿਆ ਤਾਂ ਬਹੁਤ, ਪਰ ਆਖਦੇ ਨੇ ਆਪਣੇ ਹੁੰਦੇ ਹੋਏ ਇੱਕ ਸਤਰ ਨਾ ਲਿਖ ਕੇ ਗਿਆ। ਭਾਵ ਕਿ ਜਿਹੜੀ ਬਾਣੀ ਉਹਨੂੰ ਉਤਰੀ ਜਾਂ ਜੋ ਵੀ ਕਲਾਮ ਉਹਨੂੰ ਆਉਂਦਾ ਸੀ, ਉਹ ਇੱਕ ਅੱਖਰ ਤੱਕ ਨਾ ਲਿਖਿਆ ਉਹਨੇ ਆਪਣੇ ਹੱਥਾਂ ਦੇ ਨਾਲ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਸ਼ਾਇਦ ਉਹਦੀ ਜਿਹੜੀ ਕੋਈ ਵਿਚਾਰ ਹੋਵੇ, ਅਸੀਂ ਸਰਵਣ ਕਰ ਲਈਏ, ਜਿਹੜੀ ਉਹਨੇ ਆਪ ਲਿਖੀ ਹੋਵੇ। ਕਹਿੰਦੇ ਇੱਕ ਅੱਖਰ ਨਾ ਲਿਖ ਕੇ ਗਿਆ ਆਪਣੇ ਪਿੱਛੋਂ। ਉਸ ਤੋਂ ਬਾਅਦ ਇੱਕ ਹੋਰ ਮਹਾਨ ਜਿਹੜਾ ਉਸਤਾਦ ਹੋਇਆ, ਉਹਦਾ ਨਾਂ ਸੀ ਸੁਕਰਾਤ। ਬੜਾ ਮਸ਼ਹੂਰ ਹੋਇਆ ਜੀ ਸੁਕਰਾਤ। ਕਹਿੰਦੇ ਉਹਨੇ ਵੀ ਆਖਿਆ ਕਿ ਮੈਨੂੰ ਕੋਈ ਇਸੇ ਤਰ੍ਹਾਂ ਕਲਾਮ ਉਤਰਦਾ, ਕੋਈ ਬਾਣੀ ਉਤਰਦੀ, ਆਕਾਸ਼ ਬਾਣੀ ਹੁੰਦੀ ਜਿਹੜੀ ਮੈਨੂੰ ਮਾੜੇ ਕਰਮਾਂ ਤੋਂ ਬਚਾਉਂਦੀ ਹੈ ਤੇ ਚੰਗੇ ਕਰਮ ਕਰਨ ਵੱਲ ਪ੍ਰੇਰਨਾ ਕਰਦੀ। ਉਹਨਾਂ ਅਨੇਕਾਂ ਦੁਨੀਆ ਨੂੰ ਸਮਝਾਇਆ, ਅਨੇਕਾਂ ਉਹਦੇ ਚੇਲੇ ਸਨ। ਉਹ ਵੀ ਯੂਨਾਨ ਦੇਸ਼ ਦਾ ਹੀ ਹੋਇਆ। ਦੂਸਰਾ ਮਹਾਨ ਤਤਵੇਤਾ ਕਹਿ ਦੀ, ਵੱਡਾ ਉਸਤਾਦ ਸੁਕਰਾਤ। ਪਰ ਆਖਦੇ ਨੇ ਕਿ ਉਹਨੇ ਵੀ ਜਿਹੜੀ ਇੱਕ ਸਤਰ ਤੱਕ ਨਾ ਲਿਖੀ, ਜਿਹੜੀ ਉਹਨੂੰ ਆਕਾਸ਼ ਬਾਣੀ ਹੋਈ ਜਾਂ ਜੋ ਉਹਨੂੰ ਕਲਾਮ ਉਤਰਿਆ, ਜਿਹੜਾ ਉਹਨੂੰ ਇਹ ਆਖਦਾ ਹੈ ਕਿ ਮਾੜੇ ਕਰਮ ਨਹੀਂ ਕਰਨੇ, ਚੰਗੇ ਕੰਮਾਂ ਵੱਲ ਪ੍ਰੇਰਿਤ ਹੋਣਾ। ਉਹ ਤੋਂ ਅੰਦਾਜ਼ਾ ਲਗਾਇਆ ਸਕਦਾ ਕਿ ਕਿਹੜੀ ਤੁਕ ਉਹਦੀ ਹੈ, ਕੀ ਉਹਨੇ ਲਿਖਿਆ। ਕਹਿੰਦੇ ਨਾ, ਉਹਨੇ ਲਿਖਿਆ ਹੀ ਕੁਛ ਨਾ। ਜੇ ਉਹਦੀ ਕੋਈ ਵਿਚਾਰ ਸਾਹਮਣੇ ਆਈ, ਉਹਦਾ ਇੱਕ ਚੇਲਾ ਹੋਇਆ ਅਫਲਾਤੂਨ। ਕਹਿੰਦੇ ਅਫਲਾਤੂਨ ਦੇ ਜ਼ਰੀਏ ਜਿਹੜਾ ਹੈ ਮਾੜਾ ਮੋਟਾ ਪਤਾ ਲੱਗਿਆ, ਪਰ ਉਹਦੇ ਵਿੱਚ ਵੀ ਕਿਤਨਾ ਘਾਟਾ ਵਾਧਾ ਹੋ ਸਕਦਾ ਇਹ ਕੋਈ ਪਤਾ ਨਹੀਂ। ਪਰ ਉਹਨੇ ਆਪ ਕੁਛ ਨਹੀਂ ਲਿਖਿਆ ਸੁਕਰਾਤ ਨੇ। ਉਹਦੇ ਚੇਲੇ ਅਫਲਾਤੂਨ ਨੇ ਜੋ ਵੀ ਉਹਦਾ ਦੱਸਿਆ, ਉਹਦੇ ਚੇਲੇ ਨੇ ਦੱਸਿਆ। ਉਸ ਤੋਂ ਬਾਅਦ ਜੇ ਭਾਰਤ ਵਰਸ਼ ਦੀ ਗੱਲ ਕਰ ਦਈਏ, ਉਸ ਤੋਂ ਪਹਿਲਾਂ ਸਾਧ ਸੰਗਤ ਮਸੀਹ ਵੀ ਹੋਏ ਹਨ। ਉਹਨਾਂ ਨੇ ਵੀ ਇੱਕ ਸਤਰ ਨਾ ਲਿਖੀ ਜਿੱਥੋਂ ਅੰਦਾਜ਼ਾ ਲਗਾਇਆ ਜਾ ਸਕੇ, ਉਹ ਬਾਅਦ 'ਚੋਂ ਲਿਖਿਆ। ਫਿਰ ਭਾਰਤ ਵਰਸ਼ ਦੀ ਗੱਲ ਕਰ ਲਈਏ, ਭਾਰਤ ਵਰਸ਼ ਦੇ ਵਿੱਚ ਬੁੱਧ ਸਭ ਤੋਂ ਵੱਡਾ ਹੋਇਆ ਹੈ, ਬੁੱਧ ਗੁਰੂ। ਉਹ ਵੀ ਜਿਹੜਾ ਹੈ ਲੋਕਾਂ ਨੂੰ ਬੜਾ ਉਹਨੇ ਸਮਝਾਇਆ। ਦੁਨੀਆ ਬੜੀ ਉਹਦੇ ਨਾਲ ਜੁੜ ਗਈ। ਕੋਈ ਕਰਮ ਨਹੀਂ, ਕੋਈ ਵਹਿਮ ਨਹੀਂ, ਕੋਈ ਪਖੰਡ ਨਹੀਂ ਸੀ। ਸਿੱਧਾ ਜਿਹਾ ਮਾਰਗ ਉਹਨੂੰ ਦੱਸ ਦਿੱਤਾ। ਕੋਈ ਤੁਹਾਨੂੰ ਜਗ ਕਰਨ ਦੀ ਲੋੜ ਨਹੀਂ, ਕੋਈ ਪੁੱਠੇ ਸਿੱਧੇ ਲਟਕਣ ਦੀ ਲੋੜ ਨਹੀਂ, ਕੋਈ ਮੂਰਤੀਆਂ ਪੂਜਣ ਦੀ ਲੋੜ ਨਹੀਂ, ਕੋਈ ਬੁੱਤਾਂ ਨੂੰ ਪੂਜਣ ਦੀ ਲੋੜ ਨਹੀਂ, ਕਿਤੇ ਜਲ ਧਾਰਾ ਕਰਨ ਦੀ ਲੋੜ ਨਹੀਂ। ਉਹਨਾਂ ਹਰੇਕ ਚੀਜ਼ਾਂ ਹੀ ਛੱਡ ਦਿੱਤੀਆਂ, ਜਿਸ ਤਰ੍ਹਾਂ ਗੁਰਸਿੱਖੀ ਦੇ ਵਿੱਚ ਹੈ। ਇਸ ਤਰ੍ਹਾਂ ਉਹਨੇ ਬੜਾ ਧਰਮ ਦਾ ਪ੍ਰਚਾਰ ਕੀਤਾ, ਬਹੁਤ ਕੀਤਾ, ਤਾਂ ਕਾਫੀ ਦੁਨੀਆ ਨੂੰ, ਕਾਫੀ ਸੇਵਕ ਆਪਣੇ ਬਣਾ ਲਏ। ਪਰ ਆਖਦੇ ਹਨ ਕਿ ਉਹਨੇ ਵੀ ਆਪਣੀ ਸਤਰ ਇੱਕ ਨਾ ਲਿਖੀ, ਉਹਨੇ ਵੀ ਕੋਈ ਆਪਣੀ ਬਾਣੀ ਨਾ ਲਿਖੀ। ਜਾਂ ਇਸ ਤਰ੍ਹਾਂ ਲਾ ਲਈਏ ਕਿ ਕੀ ਕੋਈ ਕਾਰਨ ਬਣਿਆ
ਕਿ ਉਹਨਾਂ ਕੋਲ ਕੋਈ ਸਤਰ ਨਾ ਲਿਖ ਹੋਈ ਜਿਹੜੇ ਦਾਸ ਨੇ ਗ੍ਰਹਿਣ, ਚਾਹੇ ਉਹ ਫਿੱਥੋ ਗੋਰਤ ਹੋਵੇ, ਚਾਹੇ ਉਹ ਸੁਕਰਾਤ ਹੋਵੇ, ਤੇ ਚਾਹੇ ਉਹ ਸੀ ਜੀ ਹੋਣ, ਚਾਹੇ ਉਹ ਬੁੱਧ ਹੋਏ। ਕਹਿੰਦੇ ਕੀ ਕਾਰਨ ਹੋ ਸਕਦਾ, ਇਹਦਾ ਕੋਈ ਨਹੀਂ ਪਤਾ ਕਿ ਉਹਨਾਂ ਨੇ ਲਿਖਿਆ ਕਿਉਂ ਨਹੀਂ, ਪਰ ਆਖਦੇ ਹਨ ਤੁਕ ਉਹਨਾਂ ਦੀ ਕੋਈ ਨਾ ਮਿਲਦੀ ਜਿਹੜੀ ਉਹਨਾਂ ਨੇ ਆਪ ਲਿਖੀ ਹੋਈ। ਉਹਨਾਂ ਤੋਂ ਬਾਅਦ 'ਚੋਂ ਜੋ ਲਿਖਿਆ ਗਿਆ ਉਹਨਾਂ ਤੋਂ ਬਾਅਦ 'ਚੋਂ। ਇਸੇ ਤਰ੍ਹਾਂ ਜੈਨ ਧਰਮ ਹੈ, ਜੈਨ ਧਰਮ ਦੀ ਜੇ ਵਿਚਾਰ ਕਰੀਏ ਤਾਂ ਉਹਨਾਂ ਨੇ ਵੀ ਆਪਣੇ ਹੱਥਾਂ ਨਾਲ ਲਿਖਿਆ ਕੁਛ ਨਹੀਂ। 900 ਸਾਲ ਬਾਅਦ ਜਾ ਕੇ ਜੈਨ ਧਰਮ ਵਾਲਿਆਂ ਨੇ ਲਿਖਣਾ ਸ਼ੁਰੂ ਕੀਤਾ। 900 ਸਾਲ ਬਾਅਦ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 900 ਸਾਲ ਥੋੜ੍ਹੇ ਨਹੀਂ ਹੁੰਦੇ। ਇਸੇ ਤਰ੍ਹਾਂ ਬੁੱਧ ਧਰਮ ਵਾਲਿਆਂ ਨੇ ਲਗਭਗ 300 ਸਾਲ ਬਾਅਦ ਉਹਦੀ ਵਿਚਾਰ ਲਿਖੀ। 300 ਸਾਲ ਬਾਅਦ, ਯਾਦ ਰੱਖਣਾ ਨਾਲ। ਹੁਣ ਉਹਦੇ ਵਿੱਚ ਕਿਤਨਾ ਕੁ ਘਾਟਾ ਵਾਧਾ ਹੋ ਗਿਆ ਹੋਵੇਗਾ, ਉਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਥੇ ਤਾਂ 50 ਸਾਲ ਕਿਸੇ ਦੇ ਬਾਰੇ ਨਾ ਦੱਸਿਆ ਜਾਵੇ, ਉਹਦੇ ਵਿੱਚ ਰਲ ਕੱਢ ਪੈ ਜਾਂਦੀ। ਇੱਥੇ ਤਾਂ 900 ਸਾਲ ਦੀ ਗੱਲ, ਕੋਈ 300 ਸਾਲ ਦੀ ਗੱਲ। ਉਸੇ ਕਰਕੇ ਫਿਰ ਜਿਹੜਾ ਹੈ ਯੁਜਰ ਵੇਦ, ਥਰਮਣ ਵੇਦ, ਰਿਗ ਵੇਦ, ਵਿਸ਼ਨੂੰ ਪੁਰਾਣ, ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਸ਼ਲੋਕ ਸਨ ਉਹਨਾਂ ਵਿੱਚ ਘਾਟਾ ਹੋਇਆ। ਵਿਸ਼ਨੂੰ ਪੁਰਾਣ ਦੇ ਵਿੱਚ 17,000 ਸ਼ਲੋਕ ਗੁੰਮ ਹੋ ਗਏ। ਵਿਸ਼ਨੂੰ ਪੁਰਾਣ ਦੇ ਵਿੱਚ 17,000 ਸ਼ਲੋਕ ਗੁੰਮ ਹੋ ਗਏ ਇਸੇ ਕਰਕੇ। ਤਾਂ ਬਾਕੀ ਇੱਕ ਅਗਨ ਪੁਰਾਣ ਹੈ, ਉਹਦੇ ਵਿੱਚ ਵੀ ਲਿਖਿਆ ਜਾਂਦਾ ਕਿ 500 ਦੇ ਕਰੀਬ ਜਿਹੜੇ ਸ਼ਲੋਕ ਸਨ ਉਹ ਵੀ ਗੁੰਮ ਹੋ ਗਏ। ਮੁੱਖ ਦੀ ਗੱਲ ਕਰੀਏ ਕਿ ਭਾਈ ਜੋ ਬਾਅਦ 'ਚੋਂ ਲਿਖਿਆ ਗਿਆ ਉਹਦੇ ਵਿੱਚ ਜਿਤਨਾ ਘਾਟਾ ਵਾਧਾ ਹੋਇਆ, ਜੇ ਕੋਈ ਲਿਖਿਆ ਵੀ ਗੱਲ 'ਚ ਘਾਟਾ ਵਾਧਾ ਪੈ ਗਿਆ, ਕਿਉਂਕਿ ਆਪਣੀ ਹਜ਼ੂਰੀ ਵਿੱਚ ਨਾ ਲਿਖਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਜੇ ਹੁਣ ਗੱਲ ਕਰੀਏ, ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰਾਰੰਭਤਾ ਹੁੰਦੀ ਹੈ ਸਿੱਖੀ ਸਿਧਾਂਤਾਂ ਦੀ, ਸਿੱਖੀ ਦੇ ਅਸੂਲਾਂ ਦੀ। ਹੁਣ ਗੁਰੂ ਨਾਨਕ ਪਾਤਸ਼ਾਹ ਆਖਦੇ ਹਨ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ, ਸਾਸਨ ਸਾਰੇ ਪੜ੍ਹ ਦਿਓ, ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਭਾਈ ਲਾਲੋ, ਜਿਹੜੀ ਮਾਲਕ ਦੀ ਵਿਚਾਰ ਹੈ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਕਹਿੰਦੇ ਜਿਸ ਤਰ੍ਹਾਂ ਉਹ ਅਕਾਲ ਪੁਰਖ ਪਰਮਾਤਮਾ, ਖਸਮ ਅਕਾਲ ਪੁਰਖ, ਕਹਿੰਦੇ ਉਹਦੀ ਬਾਣੀ ਆ ਰਹੀ ਹੈ, ਉਹਦਾ ਕਲਾਮ ਆ ਰਿਹਾ ਹੈ, ਉਹਦੀ ਵਿਚਾਰ ਆ ਰਹੀ ਹੈ, ਕਹਿੰਦੇ ਨੂੰ ਹੂ ਮੈਂ ਉਸੇ ਤਰ੍ਹਾਂ ਸੰਸਾਰ ਨੂੰ ਅੱਗੇ ਵਰਤਾ ਰਿਹਾ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਹੁਣ ਉਹ ਕੀ ਵਿਚਾਰ ਸੀ? ਐਮਨਾਬਾਦ ਦੀ ਧਰਤੀ ਦੇ ਵਿੱਚ ਇਤਨਾ ਕੁ ਪਾਪ ਹੋਇਆ, ਕਿਉਂਕਿ ਪਠਾਨ ਰਹਿੰਦੇ ਸਨ ਉੱਥੇ ਜ਼ਿਆਦਾ। ਵਿਸ਼ੇ ਵਿਕਾਰਾਂ ਦੇ ਵਿੱਚ ਇਤਨਾ ਕੁ ਗਲਤਾਨ ਹੋ ਗਏ, ਨਾਚ ਸ਼ਰਾਬ ਕਬਾਬ ਦੇ ਵਿੱਚ ਇਤਨਾ ਕੁ ਗਲਤਾਨ ਹੋਵੇ, ਧਰਮ ਜਿਹੜਾ ਖੰਭ ਲਾ ਕੇ ਉੱਡ ਗਿਆ ਜੀ ਉੱਥੋਂ। ਇਤਨਾ ਉਹਨਾਂ ਨੇ ਪਾਪ ਕਰਮ ਕਮਾਇਆ। ਜਦੋਂ ਮਰਦਾਨਾ ਗਿਆ ਗੁਰੂ ਨਾਨਕ ਦੇਵ ਜੀ ਨਾਲ, ਮਰਦਾਨੇ ਨੇ ਭੋਜਨ ਵਾਸਤੇ ਜਦੋਂ ਗਿਆ ਤਾਂ ਲੋਕਾਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਬਾਹਰ। ਬੜਾ ਜਲੀਲ ਕੀਤਾ ਮਰਦਾਨੇ ਨੂੰ, ਕਿਉਂਕਿ ਉਹ ਆਪਣੀ ਐਸ਼ੋ ਪ੍ਰਸਤੀ ਵਿੱਚ ਸਨ, ਸ਼ਰਾਬ ਕਬਾਬ ਚੱਲ ਰਿਹਾ ਸੀ, ਨਾਚ ਗਾਣਿਆਂ ਦੇ ਵਿੱਚ ਮਸਤ ਸਨ। ਤਾਂ ਉਸ ਵੇਲੇ ਭਾਈ ਲਾਲੋ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ, ਕਿਉਂਕਿ ਇਹ ਵੀ ਉੱਥੇ ਦਾ ਹੀ ਰਹਿਣ ਵਾਲਾ ਸੀ, ਭਾਈ ਲਾਲੋ ਨਾਲ ਵਿਚਾਰ ਸੰਬੰਧ ਜਿਹੜਾ ਸ਼ਬਦ ਹੈ, ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਹੁਣ ਕੌਣ ਆਇਆ ਸੀ ਕਾਬਲ ਤੋਂ? ਅਜੇ ਇਹ ਵਿਚਾਰ ਹੋਈ ਨਹੀਂ ਸੀ, ਅਜੇ ਇਹ ਖੂਨ ਖਰਾਬਾ ਹੋਇਆ ਨਹੀਂ ਸੀ। ਉਹ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਪਹਿਲੋਂ ਉਚਾਰਨ ਕਰ ਦਿੱਤਾ। ਇਹਦਾ ਭਾਵ ਕਿ ਰੱਬੀ ਕਲਾਮ ਉਤਰਦਾ ਹੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਮੈਨੂੰ ਪਹਿਲੋਂ ਹੀ ਪ੍ਰੇਰ ਦਿੰਦਾ ਹੈ ਕਿ ਕੀ ਘਟਨਾ ਵਾਪਰਨ ਵਾਲੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਐਮਨਾਬਾਦ ਵਿੱਚ ਹੋਇਆ ਉਹਦੀ ਪਹਿਲੋਂ ਹੀ ਘਟਨਾ ਦਾ ਜ਼ਿਕਰ ਕਰ ਦਿੱਤਾ ਸੀ ਗੁਰੂ ਨਾਨਕ ਪਾਤਸ਼ਾਹ, ਜੋ ਉੱਤੇ ਵਰਤਾਰਾ ਵਰਤਣਾ ਸੀ। ਮਹਾਰਾਜ ਕਹਿੰਦੇ ਇਹ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਗਏ ਨੇ। ਤਾਂ ਪਾਤਸ਼ਾਹ ਆਖਦੇ ਹਨ ਹੁਣ ਮਾਲਕ ਇਹਨਾਂ ਦੀ ਬਣਦੀ ਹੋਈ ਸਜ਼ਾ ਇਹਨਾਂ ਨੂੰ ਦੇਵੇਗਾ।
कहते हाहाकार इतनी मत जानी, खून खराबा इतना को होना, इतनियां औरतां दी बेपती होनी इत्थे। कहते खून खराबा हो जाना, पर आखदे ने ये मालक दा ही हुक्म इदां दा वरतना। मर्ज रोकिया नहीं जा सकता। भाई ला लो मर्ज कहते रोकना की है, जदों ये अपने नशे दे विच गलतान हो गए, धर्म तो भ्रिष्ट हो गए, कहते हुण बनती हुई सज़ा उस मालिक ने देनी है इन्हां नूं। गुरु नानक पातशाह शब्द उचारण की कीता, जैसी मैं आवे खसम की बाणी, तैसरा करी ज्ञान विलालो, पाप की जंज ले काबलों धाया। कौन आया सी? बाबर आया सी। फिर पाप की जंज ले काबलों धाया, जोरी मंगे ज्ञान विलालो, शर्म धर्म दोए छप खड़े, कूड़ फिरे प्रधान विलालो। कहते ना कोई शर्म रही ना कोई धर्म रहा, कूड़ की प्रधानता। कूड़ फिरे प्रधान विलालो, काजियां बमना की गल तके, अगद पड़े शैतान विलालो। कहते ना कोई काजी ने इतने होना, फिर जड़ा विआह कारज होना ना मर, कहते वो लाड़ा आ रहा है, बाबर बयान आ रहा है इत्थे। कहते लाड़े ने आना है ना, फिर वो लावा कह दईए, विआह कारज कह दईए, ना तो किसी काजी ने पढ़ना तो ना किसी ब्राह्मण ने पढ़ना। अगद पड़े शैतान वे लालो, कहते वो शैतान का ही रूप होवेगा, शैतान ही पड़ेगा। कहते इतना फिर खून खराबा होएगा इस धरती ते। कहते हैं इन्हां दे नाल जिहड़े हन होर भी नाल जिहड़े हन डुब जाने ने, वो भी खत्म हो जाने। सानू लगता है कि साडे नाल बहुत बुरा होया, कोई नगर डुब गया, किसी नाल माड़ा होया, कहते रब जानता है किहदे नाल करना की है। कहते घाटा उन्होंने पैंदा है, नुकसान उहदा ही हुंदा है। गुरु नानक पातशाह हुण मैं उधर शब्द की विचार च ना जावां, क्योंकि असी प्रकरण लिया है गुरु ग्रंथ साहब की महानता। भाव के गुरु नानक पातशाह ने कह दिता सी पहलो, आवन 78 जान 97। इसका भाव के समा भी दस दिता बाबर ने आना कदों है। आवन 78 जान 97, 78 विच आवेगा तो 97 ते जावेगा समत। सब कुछ लिख दिता सी उस शब्द दे विच, पहलों सचेत कर दिता सी एमनाबाद वालियां नूं। मारे कहते जदों फिर खून खराबा जे तो ध्यान नहीं देंदे, कई ध्यान थोड़ी देंदे हैं बाणी विच। जिस तरह सानू कोई विचार दसी जाए कि गुरु पातशाह कह रहे हैं भाई आ कर्म ना करिए, कोई ध्यान नहीं दिंदा, आखते हैं अपनी गल्लां करते हैं, अपने कोल लाउंदे ने, पर है ये गुरु पातशाह दी विचार। गुरु नानक पातशाह ने आख्या कि रब दी विचार सी, जैसी मैं आवे खसम की बाणी, तैसरा करी ज्ञान वे लालो। कहते मैं वो विचार इन्हां नूं दसे, पर इन्हां दे मत्थे तो कोई जूं ना सरके। इन्हां ने आख दिता एवें गल्लां बनाईयां ने, इस तरह थोड़ी कुछ हुंदा, किसी नूं पहलों किदां पता लग जाएगा। पर कहते पता उदों लगना है मरदानिया भाई लालो, जदों खून खराबा इत्थे हो गया। वो वाकई मज कहते ये बचना साढ़िया बाद चो चेता करनगे, अजे तक भुले पे ना अपने ऐशो आराम दे विच भुल जाता है बंदा, भरम का पड़दा पै जाता, कुछ नहीं पता लगता। मज कहते इन्हों असी सचेत करना असी दस दिता, पर ये फिर भी ना समझे। कहते हुण इदां दा समा आएगा, बाबर आएगा। आप जी नूं पता है जदों बाबर आया उन्हें 3 हमले हिंदुस्तान ते कीते, इस तरह के कीते, साध संगत हाहाकार मच गई। तो जो बाबर आया अपना मुगल राज स्थापित कर दिता सी। इत्थे पठाणा नूं राह नहीं लभदा सी, जाइए किधर नूं। जो बाबर आया इतना खून खराबा किया ने अहमदाबाद की धरती लथपथ कर दिता सी। खून का ही जड़ा है कह दिए कि होली खेडी गई थी। कोई बाबर ने छड्या, कोई बच्चा नहीं छड्या, कोई बजुर्ग नहीं छड्या, कोई भैन औरत नहीं छड्डी। बाबर ने सब नूं मौत दे घाट उतार दिता, धक्के नाल जबन चक के लै गया। तो गुरु नानक पातशाह के बचना फिर बाद चो लोगों ने बड़ा चिते किया कि वाकई जिहड़ा बाबा सानू पहला सचेत कर गया सी, जिहड़े बचे होणगे विचों माड़े मोटे जिहड़े नाल दे होणगे कोई नगरां दे, उन्होंने सोचा कि बाबा तो सानू इतना चिर पहला सचेत कर गया, असीं ध्यान ही ना दिता, पर वो भुल गए सन। ये रब्बी कलाम है, ये रब का हुक्म जो गुरु नानक पातशाह नूं उतरिया सी, जो दसिया उन्होंने लोगों ने गौर ही ना किया।
ਅੱਜ ਸਾਡੇ ਮਾੜੇ ਭਾਗ 1430 ਅੰਗਾਂ ਦੇ ਵਿੱਚ ਹਜ਼ਾਰਾਂ ਹੀ ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 1430 ਅੰਗ ਨਾ ਧੰਨ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੇ ਵਿੱਚ ਹਜ਼ਾਰਾਂ ਹੀ ਸ਼ਬਦ ਨੇ। ਐ ਸਿੱਖਾ ਤੂੰ ਇੱਕ ਨੂੰ ਲੈ ਕਰਕੇ ਤੁਰ ਪੈ, ਇਹ ਸਾਰੀ ਰੱਬ ਦੀ ਵਿਚਾਰ ਹੈ। ਤਾਈਓ ਤਾਂ ਮੇਰੇ ਪਾਤਸ਼ਾਹ ਨੇ ਆਖਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਕਹਿੰਦੇ ਬਾਣੀ ਨਿਰੰਕਾਰ ਦਾ ਰੂਪ ਹੈ ਭਾਈ। ਇਹ ਰੱਬ ਦੇ ਹੀ ਬਚਨ ਨੇ, ਰੱਬ ਦੇ ਹੀ ਬੋਲ ਨੇ। ਜਿਨ੍ਹਾਂ ਨੇ ਇੱਕ ਤੁਕ ਤੱਕ ਨਾ ਲਿਖੀ ਆਪਣੇ ਪਿੱਛੇ, ਅਸੀਂ ਉਹਨਾਂ ਨੂੰ ਅੱਜ ਮੰਨਦੇ ਪਏ ਹਾਂ। ਜਿਨ੍ਹਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਤੁਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਦਿੱਤਾ। ਆਪਣੀ ਹਜ਼ੂਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਬਾਣੀ ਉਤਰੀ। ਉਹਨਾਂ ਦੇ ਕੋਲ ਇੱਕ ਪੋਥੀ ਹੁੰਦੀ ਸੀ, ਆਸਾ ਹੱਥ ਕਸ਼ ਕਿਤਾਬ, ਭਾਈ ਗੁਰਦਾਸ ਜੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਇੱਕ ਡੰਡਾ ਹੁੰਦਾ ਸੀ ਤੇ ਕਸ਼ ਤੇ ਕਿਤਾਬ ਹੁੰਦੀ ਸੀ। ਕੋਈ ਧਾਰਮਿਕ ਕਿਤਾਬ ਹੁੰਦੀ ਸੀ ਜਿਹਦੇ ਵਿੱਚ ਕੋਈ, ਜਿਸ ਤਰ੍ਹਾਂ ਕਹਿ ਲਏ ਕੋਈ ਕਾਪੀ ਹੁੰਦੀ ਆ, ਉਹਦੇ ਵਿੱਚ ਉਹ ਕਲਾਮ ਲਿਖਦੇ ਸਨ ਗੁਰੂ ਨਾਨਕ ਪਾਤਸ਼ਾਹ। ਜਿਹੜਾ ਕਲਾਮ ਉਤਰਨਾ, ਜਿਹੜੀ ਬਾਣੀ ਉਤਰਨੀ, ਉਹਨਾਂ ਨੇ ਹੂਬਹੂ ਉਸੇ ਤਰ੍ਹਾਂ ਲਿਖ ਦੇਣੀ। ਭਾਵ ਕਿ ਗੁਰੂ ਨਾਨਕ ਪਾਤਸ਼ਾਹ ਆਪ ਬਾਣੀ ਲਿਖਦੇ ਸਨ। ਤਾਂ ਉਹ ਬਾਣੀ ਜਦੋਂ ਲਿਖੀ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਗੱਦੀ ਦਿੱਤੀ, ਫਿਰ ਸਾਰੀਆਂ ਦੀਆਂ ਸਾਰੀਆਂ ਪੋਥੀਆਂ ਗੁਰੂ ਅੰਗਦ ਪਾਤਸ਼ਾਹ ਨੂੰ, ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਅਮਰਦਾਸ ਪਾਤਸ਼ਾਹ ਕੋ ਗੁਰੂ ਰਾਮਦਾਸ ਮਹਾਰਾਜ, ਤਾਂ ਗੁਰੂ ਰਾਮਦਾਸ ਮਹਾਰਾਜ ਕੋ ਗੁਰੂ ਅਰਜਨ ਪਾਤਸ਼ਾਹ ਤੱਕ, ਇਸੇ ਤਰ੍ਹਾਂ ਬਾਕੀ ਭਗਤਾਂ ਦੀ ਬਾਣੀ ਜਿਨ੍ਹਾਂ ਨੇ ਆਪ ਲਿਖੀ ਸੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਪਰਮਾਨੰਦ ਜੀ, ਇਸ ਤਰ੍ਹਾਂ ਸਾਧ ਸਿੰਘ ਭਗਤ ਸੂਰਦਾਸ ਜੀ, ਭਗਤ ਲੋਚਨ ਜੀ, ਭਗਤ ਸਦਨਾ ਜੀ, ਭਗਤ ਨਾਮਦੇਵ ਜੀ, ਕਿਤਨੇ ਭਗਤ ਹਨ, ਭਗਤ ਬੈਣੀ ਜੀ, ਭਗਤ ਸਦਨਾ ਜੀ। ਇਹ ਸਾਰਿਆਂ ਨੇ ਬਾਣੀ ਆਪ ਲਿਖੀ ਸੀ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਲਿਆਂਦੀ ਜਿਹੜੀ ਉਹਨਾਂ ਨੇ ਆਪ ਲਿਖੀ ਸੀ। ਉਹ ਬਾਣੀ ਲਿਆ ਕਰਕੇ ਫਿਰ ਉਹੀ ਪੋਥੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਦੂਸਰੇ ਪਾਤਸ਼ਾਹ, ਤੀਸਰੇ, ਚੌਥੇ, ਜਦੋਂ ਪੰਜਵੇਂ ਪਾਤਸ਼ਾਹ ਕੋ ਆਈਆਂ, ਪਾਤਸ਼ਾਹ ਨੇ ਆਖਿਆ ਇਹ ਬਾਣੀ ਵਿੱਚ ਹੋ ਸਕਦਾ ਸਮੇਂ ਨਾਲ ਕਿਤੇ ਰਲਾ ਨਾ ਕੋਈ ਪਾ ਦੇ। ਤਾਂ ਗੁਰੂ ਪਾਤਸ਼ਾਹ ਨੇ ਜਿਹੜਾ ਬਾਣੀਆਂ ਨੂੰ ਇਕੱਤਰ ਕੀਤਾ। ਫਿਰ ਸੋ ਇਸ ਕਰਕੇ ਸਾਧ ਜਿਹੜੀ ਵਿਚਾਰ ਪ੍ਰਾਰੰਭ ਕੀਤੀ ਦਾਸ ਨੇ, ਮਹਾਨਤਾ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ? ਕਿਉਂਕਿ ਆਪਣੀ ਹਜ਼ੂਰੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਗਈ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ। ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੇ ਆਪ ਲਿਖੀ। ਪਰ ਸਿੱਖਾ ਤੇਰਾ ਕਿਉਂ ਨਹੀਂ ਵਿਸ਼ਵਾਸ ਬਣ ਰਿਹਾ ਹੈ ਧੰਨ ਗੁਰੂ? ਉਹੀ ਬਾਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਅੱਖਾਂ ਦੇ ਹਿਰਦੇ ਤੋਂ ਆਈ ਬਾਣੀ, ਜਿਹੜੀ ਉਹਨਾਂ ਨੇ ਆਪ ਹੱਥਾਂ ਨਾਲ ਲਿਖੀ, ਉਹੀ ਜਪਜੀ ਸਾਹਿਬ ਉਹੀ ਹੈ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਵੀ ਪੜ੍ਹਦੇ ਰਹੇ। ਕਿਉਂਕਿ ਰੱਬ ਦੀ ਬਾਣੀ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰ ਨਾ ਕੋਈ ਮਰ। ਕਹਿੰਦੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਕਹਿੰਦੇ ਇਹਦੇ ਨਾਲ ਜੁੜਨਾ ਕਰ ਭਾਈ। ਗੁਰਬਾਣੀ ਇਸ ਜਗ ਮੇ ਚਾਨਣ ਕਰਮ ਬਸੇ ਮਨੇ ਆਏ। ਕਹਿੰਦੇ ਸੰਸਾਰ ਦੇ ਵਿੱਚ ਜੇ ਕੋਈ ਹੈ ਜਿਹੜਾ ਤੈਨੂੰ ਚਾਨਣ ਦੇ ਸਕਦਾ, ਕਹਿੰਦੇ ਉਹ ਗੁਰਬਾਣੀ ਹੈ, ਉਹ ਗੁਰੂ ਦੀ ਬਾਣੀ ਹੈ। ਭਾਈ ਤੂੰ ਬਾਣੀ ਨਾਲ ਸਾਂਝ ਨਹੀਂ ਪਾ ਰਿਹਾ। ਇਸ ਕਰਕੇ ਭਾਈ ਜਿਨ੍ਹਾਂ ਨੇ ਕੁਛ ਨਾ ਲਿਖਿਆ, ਜਾਂ ਇਸ ਤਰ੍ਹਾਂ ਕਹਿ ਦਈਏ ਕਿ ਉਹਨਾਂ ਦੇ ਮਾੜੇ ਭਾਗ ਜਾਂ ਮਾੜੀ ਕਿਸਮਤ 'ਚ ਲਿਖ ਨਹੀਂ ਹੋਇਆ, ਜਾਂ ਕੁਛ ਕਾਰਨ ਕਰਕੇ ਨਹੀਂ ਲਿਖਿਆ ਗਿਆ, ਪਰ ਇੱਧਰ ਤਾਂ ਬਾਣੀ ਗੁਰੂ ਸਾਹਿਬਾਂ ਨੇ ਆਪਣੀ ਹਜ਼ੂਰੀ ਵਿੱਚ ਆਪ ਲਿਖੀ। ਇਸ ਕਰਕੇ ਭਾਈ ਉਹ ਜਿਹੜਾ ਇੱਕ ਮੁਕਾਲਫ ਹੋਇਆ ਹੈ ਅੰਗਰੇਜ਼ ਲੇਖਕ, ਉਹ 13 ਜਨਵਰੀ 1899 ਦੇ ਵਿੱਚ ਅਕਾਲ ਬੂੰਗੇ ਅੰਮ੍ਰਿਤਸਰ ਆਇਆ। ਅੰਗਰੇਜ਼ ਲਿਖਾਰੀ ਜਿਹਨੇ ਇਤਿਹਾਸ ਕਾਫੀ ਸਿੱਖੀ ਦਾ ਲਿਖਿਆ, ਉਹਨੇ ਬੜੇ ਅਨਮਤੀਆਂ ਦੇ ਇਤਿਹਾਸ ਪੜ੍ਹੇ, ਬੜੇ ਸੰਸਾਰ ਦੇ ਇਤਿਹਾਸ ਪੜ੍ਹੇ। ਉਹਨੇ ਫਿਰ ਇਹ ਗੱਲ ਆਖੀ, ਸਾਰਿਆਂ ਦਾ ਨਿਚੋੜ ਜਦੋਂ ਕੀਤਾ, ਉਹ ਆਖਣ ਲੱਗਾ ਮੈਂ ਦੁਨੀਆ ਦਾ ਹਰੇਕ ਧਰਮ, ਹਰੇਕ ਇਤਿਹਾਸ ਪੜ੍ਹਿਆ। ਕਹਿੰਦੇ ਮੈਂ ਹੈਰਾਨ ਉਦੋਂ ਰਹਿ ਗਿਆ ਜਦੋਂ ਫਿੱਥੋ ਗੋਰਥ ਵਰਗੇ ਜੁਨਾਨ ਦੇ ਮਹਾਨ ਤਤਵੇਤਾ, ਕਹਿੰਦੇ ਉਹ ਇੱਕ ਸਤਰ ਨਾ ਲਿਖ ਸਕੇ। ਉਸ ਤੋਂ ਬਾਅਦ ਉਹ ਆਖਣ ਲੱਗਾ ਜੁਨਾਨ ਦਾ ਸੁਕਰਾਤ, ਉਹਨੇ ਇੱਕ ਸਤਰ ਤੱਕ ਨਾ ਲਿਖੇ। ਜੇ ਕੁਛ ਪਤਾ ਲੱਗਾ ਉਹਦੇ ਜਾਣ ਤੋਂ ਬਾਅਦ ਅਫਲਾਤੂਨ ਤੋਂ ਪਤਾ ਲੱਗਿਆ। ਕਹਿੰਦੇ ਇਸੇ ਤਰ੍ਹਾਂ ਭਾਰਤ ਵਰਸ਼ 'ਚ ਬੁੱਧ ਹੋਇਆ, ਜੈਨ ਹੋਇਆ, ਉਹਨਾਂ ਨੇ ਇੱਕ ਸਤਰ ਤਰ ਨਾ ਲਿਖੀ। ਕਹਿੰਦੇ ਮੈਂ ਵਾਰਨੇ ਜਾਵਾਂ ਸਿੱਖਾਂ ਤੋਂ,
ਜਿਹੜੇ ਗੁਰੂ ਸਾਹਿਬਾਨ ਇਹਨਾਂ ਦੇ ਹੋਏ ਨੇ, ਕਹਿੰਦੇ ਆਪਣੀ ਹਜ਼ੂਰੀ ਦੇ ਵਿੱਚ ਬਾਣੀ ਰਚੀ। ਕਹਿੰਦੇ ਸਿੱਖਾਂ ਦੇ ਕੋਲ ਅੱਜ ਇਤਨਾ ਵੱਡਾ ਖਜ਼ਾਨਾ ਹੈ ਜਿਹੜਾ ਉਹਨਾਂ ਦੇ ਗੁਰਾਂ ਨੇ ਪ੍ਰਤੱਖ ਆਪਣੀ ਹਜ਼ੂਰੀ ਵਿੱਚ ਲਿਖਿਆ, ਪਰ ਬਦਕਿਸਮਤੀ ਹੈ ਕਿ ਸਿੱਖ ਉਹਦੇ ਵਿੱਚ ਚੁੱਭੀ ਨਹੀਂ ਲਾ ਰਹੇ, ਸਿੱਖ ਇਸ਼ਨਾਨ ਹੀ ਨਹੀਂ ਕਰ ਰਹੇ ਬਾਣੀ ਦੇ ਵਿੱਚ। ਮਾਫ਼ ਕਰਨਾ, ਅਸੀਂ ਰੁਮਾਲਿਆਂ ਤੱਕ ਸੀਮਤ ਰਹਿ ਗਏ। ਅਖੰਡ ਪਾਠ ਆਇਆ, ਰੁਮਾਲਾ ਕਦੋਂ ਦੇਣਾ? ਭਾਈ ਰੁਮਾਲੇ ਦੀ ਲੋੜ ਗੁਰੂ ਘਰ 'ਚ ਜਦੋਂ ਹੋਵੇ ਉਦੋਂ ਠੀਕ ਹੈ, ਪਰ ਇਹ ਨਹੀਂ ਹੈ ਕਿ ਤੂੰ ਰੁਮਾਲੇ ਚਾੜੀ ਜਾ, ਜਿਹੜੀ ਰੁਮਾਲੇ ਦੇ ਥੱਲੇ ਵਿਚਾਰ ਹੈ ਉਹਦੇ ਵੱਲ ਧਿਆਨ ਹੀ ਨਾ ਦੇ। ਮਕੈਲਫ ਆਖਣ ਲੱਗਾ ਕਿ ਸਿੱਖਾਂ ਤੋਂ ਬਹੁਮੁੱਲਾ ਖਜ਼ਾਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ, ਜਿਹੜਾ ਰਹਿੰਦੀ ਦੁਨੀਆ ਤੱਕ ਸੰਸਾਰ ਦੀ ਅਗਵਾਈ ਕਰੇਗਾ। ਪਰ ਕਹਿੰਦੇ ਹਨ ਉਹ ਵਿਰਲੇ ਹਨ ਜਿਹੜੇ ਇਹਦੀ ਵਿਚਾਰ ਸਰਵਣ ਕਰਦੇ। ਉਹ ਮਕੈਲਫ ਪ੍ਰਭਾਵਿਤ ਹੋ ਗਿਆ, ਉਹ ਆਖਣ ਲੱਗਾ ਕਿ ਸਿੱਖਾਂ ਕੋਲ ਬਹੁਤ ਵੱਡਾ ਖਜ਼ਾਨਾ। ਇਸ ਕਰਕੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਕਰੀਏ। ਜਿਤਨਿਆਂ ਨੇ ਵੀ ਵਿਚਾਰ ਕੀਤੀ, ਵੱਡੇ ਵੱਡੇ ਲਿਖਾਰੀਆਂ ਨੇ ਜਾਂ ਅੰਗਰੇਜ਼ ਮਕੈਲਫ ਵਰਗੇ, ਉਹ ਵੀ ਕਹਿ ਗਏ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਨਹੀਂ। ਇਸ ਕਰਕੇ ਭਾਈ ਸਾਨੂੰ ਲੋੜ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਦੀ। ਤਾਂ ਇਸ ਕਰਕੇ ਜਿਹੜਾ ਹੈ ਅੱਜ ਦੀ ਵਿਚਾਰ ਜਿਹੜੀ ਸੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਸਭ ਤੋਂ ਜ਼ਿਆਦਾ ਕਿਉਂ? ਕਿਉਂਕਿ ਇਹ ਗੁਰੂ ਪਾਤਸ਼ਾਹ ਨੇ ਆਪਣੀ ਹਜ਼ੂਰੀ ਵਿੱਚ ਆਪ ਲਿਖਿਆ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਕਰੀਏ।